Good morning, students. Now we will start our next topic, topic number 8th of chapter 4th. ठीक है, ਇਸ ਤੋਂ ਪਹਿਲਾਂ ਆਪਾਂ ਕੀ ਕਰਕੇ ਹਟੇ ਆ ਮਨੀ ਦੀ ਸਪਲਾਈ ਐਂਡ ਦੈਨ ਕੀਤਾ ਆਪਾਂ ਇੰਡੀਅਨ ਕਰੰਸੀ ਸਿਸਟਮ ਤੇ ਉਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਵੀ ਡਿਫਰੈਂਟ ਮੈਜ਼ਰਸ ਆਫ ਮਨੀ ਸਿਸਟਮ ਕਿਹੜੇ ਆ ਮਤਲਬ ਜਿਹੜੇ ਆਪਾਂ ਨੂੰ ਪਤਾ ਹੁਣ ਮਨੀ ਸਪਲਾਈ ਕੀ ਹੁੰਦੀ ਆ ਆਪਣੇ ਦੇਸ਼ ਦੇ ਵਿੱਚ ਜਿੰਨੀ ਵੀ ਜਿਹੜੀ ਮਨੀ ਆਪਣੇ ਪਬਲਿਕ ਦੇ ਕੋਲ ਹੈਗੀ ਆ ਠੀਕ ਹੈ ਉਹਨੂੰ ਮੈਜ਼ਰ ਕਰਨ ਦੇ ਲਈ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੀ ਕੰਟਰੀ ਦੇ ਵਿੱਚ ਕਿੰਨੀ ਮਨੀ ਆ ਠੀਕ ਹੈ ਕਿੰਨਾ ਲੋਕਾਂ ਕੋਲ ਕਿੰਨੀ ਮਨੀ ਆ ਉਹ ਆਪਾਂ ਕਿਵੇਂ ਮੈਜ਼ਰ ਕਰ ਸਕਦੇ ਹਾਂ ਉਹਨਾਂ ਲਈ ਡਿਫਰੈਂਟ 4 ਤਰ੍ਹਾਂ ਦੇ ਕੀ ਆ ਮੈਥਡਸ ਦਿੱਤੇ ਹੋਣੇ ਆ ਜਿਨ੍ਹਾਂ ਨਾਲ ਆਪਾਂ ਕੀ ਆ ਮਨੀ ਨੂੰ ਮੈਜ਼ਰ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਹਦੀ ਇੰਟਰੋ ਕਰਦੇ ਹਾਂ। RBI ਮਤਲਬ ਰਿਜ਼ਰਵ ਬੈਂਕ ਆਫ ਇੰਡੀਆ ਠੀਕ ਹੈ ਸੈਂਟਰਲ ਬੈਂਕ ਆਫ ਇੰਡੀਆ ਵੀ ਕਿਹਾ ਜਾਂਦਾ ਇਹਨੂੰ। ਉਹਨਾਂ ਨੇ ਕੀ ਕੀਤਾ ਸੀ ਅਪ੍ਰੈਲ 1977 ਦੇ ਵਿੱਚ ਇੱਕ ਗਰੁੱਪ ਬਣਾਇਆ ਸੀ ਵਰਕਿੰਗ ਗਰੁੱਪ ਬਣਾਇਆ ਸੀ। ਉਹਨਾਂ ਦਾ ਕੰਮ ਕੀ ਸੀਗਾ ਮੋਨੀਟਰੀ ਰਿਫੋਰਮਸ ਕਰਨੇ। ਮੋਨੀਟਰੀ ਮਤਲਬ ਜਿਹੜਾ ਵੀ ਮਨੀ ਦੇ ਨਾਲ ਰਿਲੇਟ ਕਰਦੇ ਆ ਕੰਮ ਠੀਕ ਹੈ ਉਹਨਾਂ ਦੇ ਵਿੱਚ ਰਿਫੋਰਮ ਕਰਨਾ ਮਤਲਬ ਉਹਨਾਂ ਦੇ ਵਿੱਚ ਸੁਧਾਰ ਕਰਨਾ। ਹੁਣ ਉਹ ਮੋਨੀਟਰੀ ਜਿਹੜੀ ਰਿਫੋਰਮ ਤੋਂ ਬਾਅਦ ਜਿਹੜੀ ਵਰਕਿੰਗ ਗਰੁੱਪ ਸੀ ਇਹਨਾਂ ਨੇ 4 ਟਾਈਪਸ ਆਫ ਮੈਜ਼ਰਸ ਦਿੱਤੇ ਜਿਹਨੂੰ M1 M2 M3 ਅਤੇ M4 ਕਿਹਾ ਜਾਂਦਾ ਹੈ ਠੀਕ ਹੈ। ਸਭ ਤੋਂ ਪਹਿਲਾਂ ਹੁਣ ਆਪਾਂ M1 ਮੈਜ਼ਰ ਨੂੰ ਕੀ ਕਰਦੇ ਹਾਂ ਦੇਖਦੇ ਹਾਂ ਵੀ ਇਹਦੇ ਵਿੱਚ ਕਿੰਨਾ ਚੀਜ਼ਾਂ ਨੂੰ ਲਿਆ ਜਾਂਦਾ ਠੀਕ ਹੈ। M1 ਮੈਜ਼ਰ ਦੇ ਵਿੱਚ ਕੀ ਆ ਕਹਿੰਦੇ ਇਹਦੇ ਵਿੱਚ C+DD+OD ਨੂੰ ਲਿਆ ਜਾਂਦਾ ਠੀਕ ਹੈ। ਇਹਦੇ ਵਿੱਚ 3 ਤਰ੍ਹਾਂ ਦੀ ਕਰੰਸੀ ਜਿਹੜੀ ਲੋਕਾਂ ਦੇ ਕੋਲ ਪਈ ਆ ਬੈਂਕਸ ਦੇ ਕੋਲ ਪਈ ਆ ਉਹਨਾਂ ਨੂੰ ਲਿਆ ਗਿਆ ਠੀਕ ਹੈ। ਹੁਣ ਦੇਖੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ C ਕੀ ਆ। C ਉਹ ਵਾਲੀ ਕਰੰਸੀ ਆ ਕਰੰਸੀ ਵਿਦ ਦਾ ਪਬਲਿਕ ਠੀਕ ਹੈ ਜਿਹੜੀ ਪਬਲਿਕ ਦੇ ਕੋਲ ਪਈ ਆ ਚਾਹੇ ਉਹ ਨੋਟਸ ਦੇ ਰੂਪ ਵਿੱਚ ਹੋਵੇ ਚਾਹੇ ਉਹ ਕੋਇਨਸ ਦੇ ਰੂਪ ਵਿੱਚ ਹੋਵੇ ਠੀਕ ਹੈ। ਉਹਨੂੰ ਕੀ ਕਹਿ ਦਿੰਦੇ ਆ ਕਰੰਸੀ ਉਹਨੂੰ C ਦੇ ਨਾਲ ਡਿਨੋਟ ਕੀਤਾ ਜਾਂਦਾ ਠੀਕ ਹੈ। ਉਹ ਕਰੰਸੀ ਜਿਹੜੀ ਲੋਕਾਂ ਦੇ ਕੋਲ ਪਈ ਹੁੰਦੀ ਹੈ ਚਾਹੇ ਉਹ ਫੋਰਮਸ ਕਿਹਦੀ ਮਰਜ਼ੀ ਫੋਰਮ ਦੇ ਵਿੱਚ ਹੋਵੇ ਨੋਟਸ ਦੇ ਵਿੱਚ ਹੋਵੇ ਜਾਂ ਫਿਰ ਕੋਇਨਸ ਦੇ ਵਿੱਚ ਹੋਵੇ ਠੀਕ ਹੈ। ਇਸ ਤੋਂ ਬਾਅਦ ਡਿਮਾਂਡ ਡਿਪੋਜ਼ਿਟ ਕੀ ਹੁੰਦਾ ਡਿਮਾਂਡ DD ਮਤਲਬ ਡਿਮਾਂਡ ਡਿਪੋਜ਼ਿਟ ਠੀਕ ਹੈ। ਡਿਮਾਂਡ ਡਿਪੋਜ਼ਿਟਸ ਆਫ ਬੈਂਕਸ ਮਤਲਬ ਜਿਹੜੇ ਲੋਕ ਆ ਜਿਹੜੀ ਪਬਲਿਕ ਆ ਠੀਕ ਆ ਆਪਦੀ ਜਿਹੜੀ ਕਰੰਸੀ ਦੇ ਵਿੱਚੋਂ ਕੁਝ ਆਪਾਂ ਨੂੰ ਪਤਾ ਵੀ ਰਾਸ਼ੀ ਨੂੰ ਕੀ ਕਰਦੇ ਆ ਉਹ ਆਪਦੀ ਕਰੰਸੀ ਨੂੰ ਆ ਆਪਦੀ ਜਿਹੜੀ ਸੇਵਿੰਗ ਕਰਵਾਉਂਦੇ ਆ ਬੈਂਕਾਂ ਦੇ ਵਿੱਚ ਉਹਨੂੰ ਕੀ ਕਹਿ ਦਿੰਦੇ ਆ ਡਿਮਾਂਡ ਡਿਪੋਜ਼ਿਟ ਕਿਹਾ ਜਾਂਦਾ ਠੀਕ ਹੈ। ਹੁਣ ਜਿਹੜੇ ਆਪਾਂ ਡਿਪੋਜ਼ਿਟ ਕਰਵਾਤੇ ਬੈਂਕਾਂ ਦੇ ਵਿੱਚ ਜਮ੍ਹਾਂ ਕਰਵਾਤੇ ਉਹਨੂੰ ਆਪਾਂ 2 ਹੀ ਤਰੀਕਿਆਂ ਦੇ ਨਾਲ ਆਪਾਂ ਫੋਰ ਐਗਜ਼ਾਮਪਲ ਕਹਿ ਸਕਦੇ ਹਾਂ ਕਢਾ ਸਕਦੇ ਹਾਂ ਜਾਂ ਚੈੱਕ ਰਾਹੀਂ ਜਾਂ ਫਿਰ ਆਪਣੇ ATMs ਬਣੇ ਹੁੰਦੇ ਆ ਠੀਕ ਹੈ। ਡਿਮਾਂਡ ਡਿਪੋਜ਼ਿਟ ਦੀ ਹੋਰ ਕਿਹੜੀ ਐਗਜ਼ਾਮਪਲ ਆ ਆਪਣੇ ਸੇਵਿੰਗ ਅਕਾਊਂਟਸ ਹੁੰਦੇ ਆ ਠੀਕ ਹੈ ਜਿਹੜੇ ਕਰੰਟ ਅਕਾਊਂਟ ਹੁੰਦੇ ਆ ਆਪਾਂ ਕਦੋਂ ਵੀ ਇਹਨਾਂ ਵਿੱਚ ਪੈਸੇ ਜਮ੍ਹਾਂ ਕਰਵਾ ਸਕਦੇ ਹਾਂ ਅਤੇ ਕਦੋਂ ਵੀ ਕਢਵਾ ਸਕਦੇ ਹਾਂ। ਇੱਦੋਂ ਅੱਗੇ M1 ਜਿਹੜਾ ਮੈਜ਼ਰ ਉਹਦੇ ਵਿੱਚ OD ਨੂੰ ਵੀ ਸ਼ਾਮਿਲ ਕੀਤਾ ਜਾਂਦਾ। OD ਸਟੈਂਡਸ ਫॉर ਅਦਰ ਡਿਪੋਜ਼ਿਟਸ ਆਫ RBI। ਹੁਣ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਹੋਰ ਕਿਹੜੇ RBI 'ਚ ਡਿਪੋਜ਼ਿਟ ਕਰਵਾਉਂਦੀ ਆ ਕਿਹੜੀਆਂ ਕੰਪਨੀਜ਼ ਆ ਜਾਂ ਕਿਹੜੇ ਬੈਂਕਸ ਆ ਠੀਕ ਹੈ ਜਿਹੜੇ ਕਿ OD ਵਿੱਚ ਆ ਜਾਂਦੇ ਆ। ਦੇਖੋ OD ਦੇ ਵਿੱਚ ਕਿਹੜੇ ਬੈਂਕ ਆ ਜਿਹੜੇ ਆਪਣੀ ਡਿਪੋਜ਼ਿਟ ਕਰਵਾਉਂਦੇ ਆ RBI ਕੋਲ। ਦੇਖੋ ਡਿਮਾਂਡ ਡਿਪੋਜ਼ਿਟਸ ਆਫ ਕੁਆਸੀ ਗੌਰਮੈਂਟ ਇੰਸਟੀਟਿਊਸ਼ਨਸ ਠੀਕ ਹੈ। ਕੁਆਸੀ ਗੌਰਮੈਂਟ ਇੰਸਟੀਟਿਊਸ਼ਨਸ ਅਰਧ ਸਰਕਾਰੀ ਹੁੰਦੀ ਹੈ ਠੀਕ ਹੈ। ਇੱਕ ਸਰਕਾਰੀ ਹੁੰਦੀ ਹੈ ਅਤੇ ਇੱਕ ਅਰਧ ਸਰਕਾਰੀ ਹੁੰਦੀ ਹੈ ਠੀਕ ਹੈ। ਜਿਵੇਂ ਕਿ ਬੈਂਕ IDBI ਮਤਲਬ ਇੰਡਸਟਰੀਅਲ ਡਿਵੈਲਪਮੈਂਟ ਬੈਂਕ ਆਫ ਇੰਡੀਆ ਠੀਕ ਹੈ। ਇਸ ਤਰ੍ਹਾਂ ਦੇ ਬੈਂਕ ਆ ਜਿਹੜੇ ਉਹ ਕੀ ਆ RBI ਕੋਲ ਜਮ੍ਹਾਂ ਕਰਵਾਉਂਦੇ ਆ ਠੀਕ ਹੈ। ਇਹਨਾਂ ਦੀਆਂ ਜਮ੍ਹਾਂ ਰਾਸ਼ੀਆਂ ਨੂੰ OD ਵਿੱਚ ਸ਼ਾਮਿਲ ਕੀਤਾ ਜਾਂਦਾ। ਇਸ ਤੋਂ ਬਿਨਾਂ ਡਿਮਾਂਡ ਡਿਪੋਜ਼ਿਟਸ ਆਫ ਇੰਟਰਨੈਸ਼ਨਲ ਮੋਨੀਟਰੀ ਫੰਡ IMF ਠੀਕ ਹੈ ਇਹ ਵੀ ਕੀ ਕਰਾਉਂਦਾ RBI ਦੇ ਕੋਲ ਆਪਣੀ ਡਿਪੋਜ਼ਿਟਸ ਕਰਵਾਉਂਦਾ ਜਮ੍ਹਾਂ ਕਰਵਾਉਂਦਾ ਠੀਕ ਹੈ। ਅਤੇ ਵਰਲਡ ਬੈਂਕ ਇਹਨਾਂ ਵਿੱਚ ਸ਼ਾਮਿਲ ਕੀਤਾ ਜਾਂਦਾ। ਇਹ ਤੁਹਾਨੂੰ ਯਾਦ ਕਰਨੇ ਪੈਣਗੇ ਠੀਕ ਹੈ। ਇਸ ਤੋਂ ਬਿਨਾਂ DD ਆਫ ਡਿਮਾਂਡ ਡਿਪੋਜ਼ਿਟ ਆਫ ਫੋਰਨ ਸੈਂਟਰਲ ਬੈਂਕ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਦੇਸ਼ ਦਾ ਸੈਂਟਰਲ ਬੈਂਕ ਕੀ ਆ RBI ਠੀਕ ਹੈ। ਇੱਦਾਂ ਹੀ ਬਾਕੀ ਦੇਸ਼ਾਂ ਦੇ ਕੋਲ ਵੀ ਆਪਣੇ ਕੀ ਆ ਸੈਂਟਰਲ ਬੈਂਕ ਹੁੰਦੇ ਆ ਠੀਕ ਹੈ। ਉਹਨਾਂ ਦੀ ਡਿਮਾਂਡ ਡਿਪੋਜ਼ਿਟ ਨੂੰ ਵੀ RBI ਦੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਠੀਕ ਹੈ। ਇਹਨੂੰ ਕੀ ਆ OD ਦੇ ਵਿੱਚ ਕੀ ਆ
ਸ਼ਾਮਿਲ ਕੀਤਾ ਜਾਂਦਾ ਤੇ ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਨਹੀਂ ਸ਼ਾਮਿਲ ਕੀਤਾ ਜਾਂਦਾ। RBI ਦੇ ਵਿੱਚ ਕੀ ਐਕਸਕਲੂਡ ਕੀਤਾ ਜਾਂਦਾ, ਠੀਕ ਹੈ। ਇਹਨਾਂ ਤੋਂ ਬਿਨਾਂ, ਇਹਨਾਂ ਦੋਨਾਂ ਤੋਂ ਬਿਨਾਂ ਕੀ ਆ, ਬਾਕੀ ਸਾਰੇ ਡਿਪੋਜ਼ਿਟ ਆ ਜਿਹੜੇ ਅਦਰ ਡਿਪੋਜ਼ਿਟ ਵਿੱਚ ਸ਼ਾਮਿਲ ਕੀਤੇ ਜਾਂਦੇ। ਕਿਹੜੇ ਆ ਜਿਹੜੇ ਤਾਂ ਆਪਣੇ ਦੇਸ਼ ਦੇ ਕਮਰਸ਼ੀਅਲ ਬੈਂਕ ਆ ਉਹ ਡਿਪੋਜ਼ਿਟ ਕਰਵਾਉਂਦੇ ਆ, ਉਹਨਾਂ ਨੂੰ ਨਹੀਂ ਸ਼ਾਮਿਲ ਕੀਤਾ ਜਾਂਦਾ। ਦੂਸਰੇ ਕਿਹੜੇ ਆ, ਗੌਰਮੈਂਟ ਦਾ, ਆਪਣੀ ਸਰਕਾਰ ਦਾ ਜਿਹੜਾ ਅਕਾਊਂਟ ਆ, ਠੀਕ ਹੈ, ਉਹਦੇ ਵਿੱਚ ਜੋ ਡਿਪੋਜ਼ਿਟ ਹੁੰਦੇ ਆ RBI ਕੋਲ ਕਰਵਾਉਂਦੇ ਆ, ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਸ ਵਿੱਚ ਆਪਾਂ ਦੇਖ ਸਕਦੇ ਹਾਂ ਵੀ MI ਦੇ ਵਿੱਚ 3 ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾਂਦਾ। C ਮਤਲਬ ਕਰੰਸੀ, DD ਡਿਮਾਂਡ ਡਿਪੋਜ਼ਿਟ ਤੇ OD ਅਦਰ ਡਿਪੋਜ਼ਿਟ ਆਫ RBI। ਇਸ ਤੋਂ ਅੱਗੇ ਆਪਾਂ M2 ਦੇ ਵਿੱਚ ਕੀ ਆ, M1 ਨੂੰ ਤਾਂ ਸ਼ਾਮਿਲ ਕੀਤਾ ਹੀ ਜਾਂਦਾ, ਮਤਲਬ C ਪਲੱਸ DD ਪਲੱਸ OD, ਠੀਕ ਹੈ। ਇਸ ਤੋਂ ਬਿਨਾਂ ਪੋਸਟ ਆਫਿਸ ਸੇਵਿੰਗ ਬੈਂਕਸ ਡਿਪੋਜ਼ਿਟਸ, ਠੀਕ ਹੈ। ਕਈ ਲੋਕ ਕੀ ਕਰਦੇ ਆ, ਆਪਣੇ ਵਿੱਚੋਂ ਬੈਂਕ ਦੇ ਵਿੱਚ ਨਹੀਂ ਜਾਂਦੇ, ਉਹ ਪੋਸਟ ਆਫਿਸ ਵਿੱਚ ਜਾਂਦੇ ਆ, ਮਤਲਬ ਡਾਕ ਘਰ ਦੇ ਵਿੱਚ ਜਾਂਦੇ ਆ, ਠੀਕ ਹੈ। ਉੱਥੇ ਜੋ ਸੇਵਿੰਗਸ ਕਰਵਾਉਂਦੇ ਆ M2 ਦੇ ਵਿੱਚ ਉਹ ਵੀ ਸ਼ਾਮਿਲ ਕੀਤੇ ਜਾਂਦੇ ਆ M1 ਦੇ ਨਾਲ। ਇਸ ਤੋਂ ਅੱਗੇ ਕੀ ਆ, M3 ਦੇ ਵਿੱਚ ਕੀ ਆਊਗਾ, ਇਹਦੇ ਵਿੱਚ M1 ਤਾਂ ਆਊਗਾ ਹੀ, ਠੀਕ ਹੈ। ਉਸ ਤੋਂ ਬਿਨਾਂ ਟਾਈਮ ਡਿਪੋਜ਼ਿਟਸ ਆਫ ਆਲ ਕਮਰਸ਼ੀਅਲ ਬੈਂਕਸ, ਕਮਰਸ਼ੀਅਲ ਬੈਂਕ ਮਤਲਬ ਜਿਹੜੇ ਆਪਾਂ ਐਕਸਿਸ ਬੈਂਕ ਹੋ ਗਏ, ਠੀਕ ਹੈ, ਜਿਨ੍ਹਾਂ 'ਚ ਵੀ ਆਪਾਂ ਕੋਈ ਵੀ ਜਮ੍ਹਾਂ ਕਰਵਾਉਂਦੇ ਆ, ਠੀਕ ਹੈ, HDFC ਬੈਂਕ ਵਗੈਰਾ ਇਹਦੀਆਂ ਐਗਜ਼ਾਮਪਲਸ ਆ, ਠੀਕ ਹੈ। ਉਹਦੇ ਵਿੱਚ ਜੋ ਵੀ ਆਪਾਂ ਟਾਈਮ ਡਿਪੋਜ਼ਿਟ ਕਰਵਾਉਣੇ ਆ, ਮਤਲਬ FD ਵਗੈਰਾ ਕਰਵਾਉਂਦੇ ਆ, ਜਾਂ ਫਿਰ ਕੋਆਪਰੇਟਿਵ ਬੈਂਕਸ ਹੁੰਦੇ ਆ, ਠੀਕ ਹੈ, ਉਹਨਾਂ ਦੇ ਵਿੱਚ ਜੋ ਵੀ ਆਪਾਂ ਟਾਈਮ ਡਿਪੋਜ਼ਿਟ, ਇਹਨੂੰ ਟਾਈਮ ਨੂੰ ਟਰਮ ਡਿਪੋਜ਼ਿਟ ਵੀ ਕਿਹਾ ਜਾਂਦਾ, ਠੀਕ ਹੈ, ਅਤੇ ਇਹਦੇ ਵਿੱਚ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ, ਠੀਕ ਹੈ। M3 ਦੇ ਵਿੱਚ M1 ਨੂੰ ਪਲੱਸ ਟਾਈਮ ਡਿਪੋਜ਼ਿਟਸ ਨੂੰ ਵੀ ਸ਼ਾਮਿਲ ਕੀਤਾ ਜਾਂਦਾ। ਇਸ ਤੋਂ ਅੱਗੇ ਆਪਣਾ ਲਾਸਟ ਹੈ M4 ਵਿੱਚ M3 ਪਲੱਸ ਟੋਟਲ ਪੋਸਟ ਆਫਿਸ ਡਿਪੋਜ਼ਿਟਸ। ਟੋਟਲ ਪੋਸਟ ਆਫਿਸ ਡਿਪੋਜ਼ਿਟ ਮਤਲਬ ਜਿੰਨੇ ਵੀ ਪੋਸਟ ਆਫਿਸ ਦੇ ਵਿੱਚ ਹੋਰ ਡਿਪੋਜ਼ਿਟ ਹੁੰਦੇ ਆ, ਭਾਵੇਂ ਉਹ ਟਾਈਮ ਡਿਪੋਜ਼ਿਟ ਹੋਵੇ, ਠੀਕ ਹੈ, ਜਾਂ ਸੇਵਿੰਗਸ ਹੋਣ, ਸਾਰਿਆਂ ਨੂੰ ਸ਼ਾਮਿਲ ਕੀਤਾ ਜਾਂਦਾ, ਤਾਂ ਹੀ ਮਿਲ ਕੇ ਉਹ M3 ਦੇ ਨਾਲ ਮਿਲ ਕੇ M4 ਬਣਾਉਂਦਾ, ਠੀਕ ਹੈ। ਇਸ ਵਿੱਚ ਕਿਹਨੂੰ ਨਹੀਂ ਸ਼ਾਮਿਲ ਕੀਤਾ ਜਾਂਦਾ, ਇਸ ਵਿੱਚ ਕੀ ਆ, ਜਿਹੜੇ NSCs ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਇਹਦਾ ਮਤਲਬ ਹੁੰਦਾ ਨੈਸ਼ਨਲ ਸੇਵਿੰਗ ਸਰਟੀਫਿਕੇਟਸ। ਹੁਣ ਆਪਾਂ ਨੂੰ ਥੋੜ੍ਹਾ ਜਿਹਾ ਪਤਾ ਹੋਣਾ ਚਾਹੀਦਾ ਵੀ NSCs ਕੀ ਹੁੰਦੀ ਹੈ। ਪੋਸਟ ਆਫਿਸ ਦੀ ਇੱਕ ਸਕੀਮ ਹੁੰਦੀ ਹੈ ਜਿਹਦੇ ਵਿੱਚ ਕਿੰਨੇ ਵੀ ਪੈਸੇ ਆਪਾਂ ਜਮ੍ਹਾਂ ਕਰਵਾ ਦਿੰਦੇ ਹਾਂ, ਉਹਦੀ ਇੱਕ ਜਿਹੜੀ ਟਰਮ ਬਣਾ ਦਿੰਦੇ ਆ ਵੀ ਤੁਸੀਂ 5 ਸਾਲਾਂ ਬਾਅਦ ਕੀ ਆ, ਵਿਦ ਰੇਟ ਆਫ ਇੰਟਰਸਟ ਆ, ਜਿਹੜੇ ਕਿ ਤੁਸੀਂ ਪੈਸੇ ਵਾਪਸ ਲੈ ਸਕਦੇ ਹੋ, ਠੀਕ ਹੈ। ਉਹ ਇੱਕ ਸਕੀਮ ਆ ਪੋਸਟ ਆਫਿਸ ਦੀ ਸਿਰਫ, ਠੀਕ ਹੈ। ਇਹਦੇ ਵਿੱਚ ਹੁਣ ਕਰੰਟ ਜਿਹੜੀ ਇਹਦੇ ਰੇਟ ਆਫ ਇੰਟਰਸਟ ਦਿੱਤਾ ਜਾਂਦਾ ਪੋਸਟ ਆਫਿਸ ਦੇ ਦੁਆਰਾ, ਉਹ ਹੈਗੇ 7.9%, ਠੀਕ ਹੈ। ਇਹ ਹੋ ਗਿਆ M4। ਹੁਣ ਤੁਹਾਨੂੰ ਅੱਗੇ ਪਤਾ ਹੋਣਾ ਚਾਹੀਦਾ ਵੀ ਇਹਨੂੰ ਹੋਰ ਕੀ ਕਿਹਾ ਜਾਂਦਾ। ਤੁਸੀਂ ਧਿਆਨ ਨਾਲ ਦੇਖੋ, ਹੁਣ M1 ਨੂੰ ਕੀ ਕਿਹਾ ਜਾਂਦਾ, ਨੈਰੋ ਮਨੀ ਵੀ ਕਿਹਾ ਜਾਂਦਾ, ਕਿਉਂਕਿ ਇਹਨੂੰ ਲਿਕੁਇਡ ਮਨੀ ਵੀ ਕਿਹਾ ਜਾਂਦਾ। ਲਿਕੁਇਡ ਫਾਰਮ ਦੇ ਵਿੱਚ ਇਹ ਜਲਦੀ ਕੀ ਆ, ਕਨਵਰਟ ਹੋ ਜਾਂਦੀ ਹੈ, ਠੀਕ ਹੈ। ਅਤੇ M3 ਨੂੰ ਕੀ ਕਿਹਾ ਜਾਂਦਾ, ਬਰੋਡ ਮਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਇਸ ਤੋਂ ਅੱਗੇ ਆਪਾਂ ਮੈਜ਼ਰਸ ਨੂੰ, ਮਨੀ ਸਪਲਾਈ ਦੇ ਮੈਜ਼ਰਸ ਨੂੰ ਇਸ ਤਰ੍ਹਾਂ ਦਿਖਾ ਸਕਦੇ ਹਾਂ, ਜਿਹਦੇ ਵਿੱਚ M1 ਪਹਿਲਾਂ, ਠੀਕ ਹੈ, ਉਹਦੇ ਵਿੱਚ C DD ਅਤੇ OD, ਜਿਹਨੂੰ ਨੈਰੋ ਮਨੀ ਵੀ ਕਿਹਾ ਜਾਂਦਾ, ਠੀਕ ਹੈ। M2 ਦੇ ਵਿੱਚ M1 ਪਲੱਸ ਪੋਸਟ ਆਫਿਸ ਸੇਵਿੰਗਸ ਬੈਂਕ ਡਿਪੋਜ਼ਿਟ ਨੂੰ ਸ਼ਾਮਿਲ ਕੀਤਾ ਜਾਂਦਾ। ਇਸ ਤੋਂ ਬਾਅਦ M3 ਦੇ ਵਿੱਚ M1 ਅਤੇ ਟਾਈਮ ਡਿਪੋਜ਼ਿਟ ਆਫ ਆਲ ਕਮਰਸ਼ੀਅਲ ਐਂਡ ਕੋਆਪਰੇਟਿਵ ਬੈਂਕਸ, ਇਹਨੂੰ ਬਰੋਡ ਮਨੀ ਵੀ ਕਿਹਾ ਜਾਂਦਾ, ਅਤੇ ਇਹਨੂੰ ਹੋਰ ਵੀ ਨਾਮ ਨਾਲ ਜਾਣਿਆ ਜਾਂਦਾ, ਜਿਹਨੂੰ ਕਿ ਐਗਰੀਗੇਟ ਮੋਨੀਟਰੀ ਰਿਸੋਰਸਿਸ ਵੀ ਕਿਹਾ ਜਾਂਦਾ, ਜਿਹਦੀ ਸ਼ਾਰਟ ਫਾਰਮ ਆ AMR, ਠੀਕ ਹੈ। ਇਸ ਤੋਂ ਬਿਨਾਂ ਅਗਲਾ ਲਾਸਟ ਵਾਲਾ ਜਿਹੜਾ M4 ਆ, ਉਹਦੇ ਵਿੱਚ M3 ਪਲੱਸ ਟੋਟਲ ਪੋਸਟ ਆਫਿਸ ਡਿਪੋਜ਼ਿਟ ਨੂੰ ਸ਼ਾਮਿਲ ਕੀਤਾ ਜਾਂਦਾ, ਠੀਕ ਹੈ। ਇਸ ਤਰ੍ਹਾਂ ਇਹ ਸਾਰੇ ਮੈਜ਼ਰਸ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਵੀ ਨਿਊ ਮੈਜ਼ਰਸ ਆਫ ਮਨੀ। ਇਸ ਤੋਂ ਬਾਅਦ ਨਿਊ ਮੈਜ਼ਰਸ ਦਿੱਤੇ ਗਏ, ਠੀਕ ਹੈ। ਜਿਹੜੀ RBI ਦੀ 3rd ਵਰਕਿੰਗ ਗਰੁੱਪ ਸੀਗਾ, ਉਹਨੇ ਆਪਣੀ ਰਿਪੋਰਟ ਨੂੰ ਦਿਖਾਇਆ, ਆਪਣੀ ਰਿਪੋਰਟ ਨੂੰ ਪ੍ਰੈਜੈਂਟ ਕੀਤਾ 1998 ਦੇ ਵਿੱਚ, ਠੀਕ ਹੈ। ਉਹਨਾਂ ਦੇ ਅਕੋਰਡਿੰਗ ਨਵੇਂ ਮੈਜ਼ਰਸ ਨੂੰ ਸ਼ਾਮਿਲ ਕੀਤਾ ਗਿਆ, ਠੀਕ ਹੈ, M1 ਦੇ ਵਿੱਚ, M2 ਅਤੇ M3 ਅਤੇ M4 ਦੇ ਵਿੱਚ। ਇਹਨਾਂ ਦੇ ਅਕੋਰਡਿੰਗ ਕੀ ਕਹਿੰਦੇ ਆ, ਇਹ M1 ਦੇ ਵਿੱਚ ਕੋਈ ਚੇਂਜ ਨਹੀਂ ਆਇਆ। M1 ਦੇ ਵਿੱਚ ਕਰੰਸੀ, ਡਿਮਾਂਡ ਡਿਪੋਜ਼ਿਟ ਅਤੇ ਅਦਰ ਡਿਪੋਜ਼ਿਟ ਆਫ RBI ਉੱਦਾਂ ਹੀ ਰਹੇ, ਠੀਕ ਹੈ। ਕਲੀਅਰਲੀ ਆਪਾਂ ਕਹਿ ਸਕਦੇ ਹਾਂ ਕਿ M1 ਮੈਜ਼ਰ ਆਫ ਮਨੀ ਸਪਲਾਈ ਇਜ਼ ਅਨਚੇਂਜ, ਇਹਦੇ ਵਿੱਚ ਕੋਈ ਚੇਂਜ ਨਹੀਂ ਆਇਆ, ਇਹ ਇੱਦਾਂ ਹੀ ਰਹਿ ਗਿਆ। ਉਹਨਾਂ ਨੇ ਚੇਂਜ ਕੀਤਾ M2 ਦੇ ਵਿੱਚ, ਠੀਕ ਹੈ। M2 ਦੇ ਵਿੱਚ M1 ਉੱਦਾਂ ਹੀ ਰੱਖ ਲਿਆ ਉਹਨਾਂ ਨੇ।
ਉਸ ਤੋਂ ਬਾਅਦ ਉਹਦੇ ਵਿੱਚ ਟਾਈਮ ਲਾਇਬਿਲਿਟੀਜ਼ ਸਰਟੀਫਿਕੇਟਸ ਅਤੇ ਟਰਮ ਡਿਪੋਜ਼ਿਟ ਨੂੰ ਸ਼ਾਮਿਲ ਕੀਤਾ, ਜਿਹਦਾ ਜਿਹੜੇ ਕਿ 1 ਸਾਲ ਤੱਕ ਸੀਗੇ, ਠੀਕ ਹੈ, ਉਹਨਾਂ ਦਾ ਮੈਜੋਰਟੀ ਟਾਈਮ ਸੀ। ਇਸ ਤੋਂ ਬਿਨਾਂ M3 ਦੇ ਵਿੱਚ ਚੇਂਜ ਕੀਤਾ। M3 ਦੇ ਵਿੱਚ M2 ਨੂੰ ਇਨਕਲੂਡ ਕਰਕੇ ਉਹਨਾਂ ਨੇ ਕੀ ਕੀਤਾ, ਜਿਹੜੇ 1 ਸਾਲ ਤੋਂ ਵੱਧ ਜਿਹੜੇ ਟਾਈਮ ਜਾਂ ਫਿਰ ਟਰਮ ਡਿਪੋਜ਼ਿਟ ਆ ਉਹਨਾਂ ਨੂੰ ਸ਼ਾਮਿਲ ਕੀਤਾ। ਇਸ ਤੋਂ ਬਿਨਾਂ ਕਾਲ ਬੋਰਿੰਗਸ ਫਰੋਮ ਨੋਨ ਡਿਪੋਜ਼ਿਟਰੀ, ਠੀਕ ਹੈ, ਇਨ ਫਾਈਨੈਂਸ਼ੀਅਲ ਕਾਰਪੋਰੇਸ਼ਨਸ ਬਾਈ ਦਾ ਬੈਂਕਿੰਗ ਸਿਸਟਮ, ਠੀਕ ਹੈ, ਇਹਨਾਂ ਨੂੰ ਸ਼ਾਮਿਲ ਕੀਤਾ ਗਿਆ। ਇਹ ਤੁਹਾਨੂੰ ਇੱਦਾਂ ਹੀ ਯਾਦ ਕਰਨੇ ਪੈਣਗੇ, ਠੀਕ ਹੈ। ਹੁਣ ਆਪਾਂ ਕਹਿ ਸਕਦੇ ਹਾਂ ਵੀ M1 ਦੇ ਵਿੱਚ ਕੋਈ ਚੇਂਜ ਨਹੀਂ ਆਇਆ, M2 ਵਿੱਚ ਚੇਂਜ ਕੀਤਾ, M3 ਵਿੱਚ ਚੇਂਜ ਕੀਤਾ, ਅਤੇ ਜਿਹੜੇ ਨਿਊ ਮੈਜਰਸ ਆਏ ਸੀ ਉਹਨਾਂ ਦੇ ਵਿੱਚ M4 ਨੂੰ ਬਿਲਕੁਲ ਹੀ ਖ਼ਤਮ ਕਰਤਾ, ਠੀਕ ਹੈ। ਇਹਨਾਂ ਵਿੱਚ M4 ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ। ਹੁਣ ਆਪਣੇ ਇਹ ਜਿਹੜੇ ਚੈਪਟਰ ਆ ਇੱਥੇ ਫਿਨਿਸ਼ ਹੋ ਜਾਂਦਾ, ਠੀਕ ਹੈ। ਜੇ ਕੋਈ ਵੀ ਪ੍ਰੋਬਲਮ ਆ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਥੈਂਕ ਯੂ ਸਟੂਡੈਂਟਸ।